ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣੀ ਚੈਨਲ ਪੰਜਾਬੀ ਦੇਖ ਰਹੇ ਹੋ। ਸਿੱਧੇ ਸਵਾਲ ਪ੍ਰੋਗਰਾਮ 'ਚ ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਕੁਝ ਚੋਣਵੀਆਂ ਤੇ ਵੱਡੀਆਂ ਖਬਰਾਂ ਦੇ ਉੱਤੇ। ਇੱਕ ਤਾਂ ਅੱਜ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਲਾਕਡਾਊਨ ਦੇ ਵਿਰੋਧ ਦੇ ਵਿੱਚ ਸਮਰਥਨ ਦਿੱਤਾ ਗਿਆ, ਪੂਰੇ ਦੇਸ਼ ਭਰ ਦੇ ਵਿੱਚ ਉਸ ਨੂੰ ਲੈ ਕੇ ਉਹਨਾਂ ਨੇ ਆਪਣਾ ਜੋ ਵੀ ਜਿਸ ਤਰੀਕੇ ਨਾਲ ਵੀ ਵਿਰੋਧ ਪ੍ਰਦਰਸ਼ਨ ਕਰਨਾ ਹੈ, ਉਸ ਖਬਰ ਉੱਤੇ ਚਰਚਾ ਹੈ। ਤੇ ਦੂਜਾ ਇਹ ਕਿ ਦੇਸ਼ ਦੇ ਫੈਡਰਲ ਢਾਂਚੇ ਦੀ ਜਾਂ ਲੋਕਤੰਤਰ ਦੀ ਗੱਲ ਹੋ ਰਹੀ ਹੈ ਅੱਜ, ਕਿ ਆਖਿਰਕਾਰ ਲੋਕਤੰਤਰ ਨੂੰ ਖਤਰਾ ਕਿੱਥੇ ਹੈ ਜਦੋਂ ਲੋਕ ਹਾੜੇ ਕੱਢਦੇ ਫਿਰਦੇ ਨੇ, ਇੱਧਰ ਉੱਧਰ ਟੱਕਰਾਂ ਮਾਰਦੇ ਫਿਰਦੇ ਨੇ। ਸਰਕਾਰਾਂ ਤੋਂ ਉਮੀਦ ਜਿਹੜੀ ਆ ਉਹ ਨਾ ਉਮੀਦੀ ਇੱਕ ਤਰੀਕੇ ਨਾਲ, ਜਿਵੇਂ ਸੁਬਰਾਮਨੀਅਮ ਸਵਾਮੀ ਦਾ ਇੱਕ ਲੇਖ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਚਰਚਾ ਦੇ ਵਿੱਚ ਹੈ, ਜਿਹੜਾ ਉਹਨਾਂ ਨੇ ਸਿੱਧਾ ਨਿਸ਼ਾਨਾ ਮੋਦੀ ਸਰਕਾਰ ਤੇ ਸਾਧਿਆ ਆ ਕਿ ਨਿਤਿਨ ਗਡਕਰੀ ਨੂੰ ਤੁਸੀਂ ਵਾਗਡੋਰ ਸੰਭਾਲ ਦਿਓ, ਉਹ ਸ਼ਾਇਦ ਕਰੋਨਾ ਦੇ ਉੱਤੇ ਕਿਤੇ ਨਾ ਕਿਤੇ ਆਪਣੀ ਨੱਥ ਪਾ ਲਾਉਣਗੇ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਲੋਕਰਾਣੀ ਚੈਨਲ ਪੰਜਾਬੀ ਤੇ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਅੱਜ ਦੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ। ਅੱਜ ਕਿਸਾਨ ਜਿਹੜੇ ਨੇ ਉਹ ਲਾਕਡਾਊਨ ਦੇ ਵਿਰੋਧ ਦੇ ਵਿੱਚ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਸਹਿਯੋਗ ਦੇ ਕੇ ਇੱਕ ਪ੍ਰਦਰਸ਼ਨ ਕਰ ਰਹੇ ਨੇ, ਜਾਂ ਸੰਕੇਤਕ ਧਰਨੇ ਦਾ ਜੋ ਵੀ ਉਹਨਾਂ ਨੇ ਕਰ ਰਹੇ, ਇਹਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਕਈ ਲੋਕ ਇਹ ਕਹਿ ਰਹੇ ਨੇ ਕਿ ਕਿਸਾਨ ਇੱਕ ਆਤਮਘਾਤੀ ਕਦਮ ਚੁੱਕ ਰਹੇ ਨੇ। ਇਹ ਦੇਖੋ, ਦੋ ਕਿਸਮ ਦੀ ਸੁਖਵਿੰਦਰ ਰਾਜਨੀਤੀ ਚੱਲ ਰਹੀ ਹੈ। ਇੱਕ ਹੈ ਕਿ ਰਾਜ ਕਰਨ ਦੀ ਨੀਤੀ, ਔਰ ਦੂਸਰਾ ਹੈ ਕਿ ਰਾਜਨੀਤਿਕ ਲੋਕਾਂ ਨੂੰ, ਜਾਂ ਜਿਹੜੀ ਰਾਜਨੀਤੀ ਰਾਜਨੀਤਿਕ ਲੋਕਾਂ ਦੀ ਚੱਲ ਰਹੀ, ਉਹਨੂੰ ਸਵਾਲੀਆ ਘੇਰੇ 'ਚ ਖੜਾ ਕਰਨ ਦੀ ਨੀਤੀ। ਤੇ ਇਹ ਇੱਕ ਜਾਣੀ ਪੀਪਲਜ਼ ਮੂਵਮੈਂਟ ਆ। ਲੋਕ ਜਵਾਬਦੇਹੀ ਮੰਗ ਰਹੇ ਆ। ਉਹ ਕਿਸਾਨ ਆ, ਉਹ ਛੋਟੇ ਕਾਰੋਬਾਰੀ ਆ, ਮਜ਼ਦੂਰ ਹੈਗੇ ਆ, ਨੌਜਵਾਨ ਹੈ। ਉਹ ਲਗਾਤਾਰ ਪਿਛਲੇ ਤਕਰੀਬਨ 1 ਸਾਲ ਤੋਂ ਸੜਕਾਂ ਦੇ ਉੱਤੇ ਕਿਸੇ ਨਾ ਕਿਸੇ ਰੂਪ 'ਚ ਪੁੱਛ ਰਿਹਾ ਵੀ ਇਹ ਇੰਨੇ ਚਿਰ ਤੋਂ ਰਾਜ ਕਰ ਰਹੇ, ਬਈ ਇਹਨਾਂ ਨੇ ਕੀਤਾ ਕੀ? ਸਾਡੀ ਜੋ ਦੁਰਦਸ਼ਾ ਬਣੀ ਆ ਅੱਜ ਦੇ ਦਿਨ ਦੇ ਵਿੱਚ, ਜੋ ਹਾਹਾਕਾਰ ਮੱਚੀ ਹੈ, ਜੋ ਐਕਸਪੋਜ਼ਰ ਸਾਰੇ ਸਿਸਟਮ ਦਾ ਤੁਹਾਡੇ ਸਾਹਮਣੇ ਅੱਖਾਂ ਦੇ ਹੋ ਗਿਆ, ਕਿ ਮਸ਼ੀਨਾਂ ਪਈਆਂ ਹੋਣ, ਕੋਈ ਚਲਾਉਣ ਵਾਲਾ ਨਾ ਹੋਵੇ, ਹਸਪਤਾਲਾਂ 'ਚ ਬਿਲਡਿੰਗਾਂ ਹੋਣ ਪਰ ਡਾਕਟਰ ਕੋਈ ਨਾ ਹੋਵੇ। ਇਹ ਕਰਲਾਹਟ ਜਿਹੜੀ ਹੈ ਸਿਸਟਮ ਨੂੰ, ਲੋਕਾਂ ਨੂੰ ਮਾੜਾ ਮੋਟਾ ਇੱਕ ਭਰਮ ਭੁਲੇਖਾ ਸੀਗਾ ਕਿ ਨਹੀਂ ਠੀਕ ਹੈ, ਕਮਜ਼ੋਰ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਲੋੜ ਪੈਣ ਤੇ ਕੰਮ ਆਉਂਦਾ। ਉਹਦਾ ਜੋ ਐਕਸਪੋਜ਼ਰ ਹੁਣ ਹੋ ਗਿਆ, ਜੋ ਬਿਲਕੁਲ ਨੰਗਾ ਹੋ ਗਿਆ ਉਹ ਸਿਸਟਮ, ਤੇ ਉਹਦੇ ਚੋਂ ਕੁਦਰਤੀ ਹੈਗਾ ਕਿ ਇੱਕ ਪਾਸੇ ਲੋਕ ਹੁਣ ਦੁਬਾਰਾ ਉਸ ਪਹਿਲੀ ਪਰਿਸਥਿਤੀ 'ਚ ਜਾਣ ਲਈ ਤਿਆਰ ਨਹੀਂ, ਜਿੱਥੇ ਇਹਨਾਂ ਰਾਜਨੀਤਿਕ ਲੋਕਾਂ ਤੇ ਭਰੋਸਾ ਕਰਕੇ ਕਿਸੇ ਨਾ ਕਿਸੇ ਚਲੋ ਕਿ ਸੰਜੋਗ ਕਰੋ, ਉਹ ਇਸ ਮੂਡ ਦੇ ਵਿੱਚ ਨਹੀਂ। ਇੱਕ ਬਾਗੀ ਸੁਰਾਂ ਤਿੱਖੀਆਂ ਹੋ ਗਈਆਂ, ਇੱਕ ਬੇਭਰੋਸਗੀ ਦਾ ਆਲਮ ਹੈਗਾ। ਔਰ ਹਾਲਤ ਇਹ ਹੈ ਕਿ ਜੇ ਕੋਈ ਸੱਚ ਵੀ ਮਾੜੀ ਮੋਟੀ ਗੱਲ ਕਹਿਣ, ਸੱਚੀ ਮੁੱਚੀ ਲੋਕਾਂ ਦੇ ਹਿੱਤ ਦੀ ਕੋਈ ਗੱਲ ਕਹਿਣ, ਤਾਂ ਲੋਕਾਂ ਦੀ ਬੇਵਿਸ਼ਵਾਸੀ ਇਸ ਕਦਰ ਹੈ ਕਿ ਉਹ ਕਹਿੰਦੇ ਕਿ ਨਹੀਂ, ਇਹਦੇ 'ਚ ਵੀ ਕੋਈ ਇਹਨਾਂ ਦਾ ਹਿੱਤ ਹੀ ਹੋਣਾ, ਕਿ ਅੱਜ ਤੱਕ ਤੇ ਕੋਈ ਇਹਨਾਂ ਨੇ ਲੋਕ ਹਿੱਤ ਦਾ ਕੰਮ ਕੀਤਾ ਨਹੀਂ। ਹੁਣ ਅਚਾਨਕ ਇਹਨਾਂ ਦਾ ਮਨ ਦਾ ਪਰਿਵਰਤਨ ਕਿਵੇਂ ਹੋ ਗਿਆ, ਹਿਰਦੇ ਪਰਿਵਰਤਨ ਕਿਵੇਂ ਹੋ ਗਿਆ, ਉਹ ਵਿਸ਼ਵਾਸ ਨਹੀਂ ਬਣ ਰਿਹਾ। ਇਹੋ ਸਵਾਲ ਜਿਹੜਾ ਤੁਸੀਂ ਗੱਲ ਕਹਿ ਰਹੇ ਆ ਕਿ ਜਦੋਂ ਕਿਸਾਨ ਇਸ ਗੱਲ ਦੀ ਵਿਰੋਧਤਾ ਕਰ ਰਹੇ ਆ, ਤਾਂ ਵਿੱਚੇ ਹੀ ਬਹੁਤ ਸਾਰੇ ਲੋਕ ਕਹਿ ਰਹੇ ਕਿ ਕਿਸਾਨ ਇੱਕ ਆਤਮ ਘਾਤੀ ਜਾਂ ਆਤਮ ਹੱਤਿਆ ਕਰਨ ਵਾਲਾ ਕਦਮ ਲੈ ਰਹੇ ਆ। ਹੁਣ ਇਹ ਆਪਣੇ ਆਪ 'ਚ ਬੜੀ ਵੱਡੀ ਚਰਚਾ, ਅਮਰੀਕਾ 'ਚ ਵੀ ਚਰਚਾ ਸੀ। ਟਰੰਪ ਕਹਿੰਦਾ ਸੀਗਾ ਕਿਹੜਾ ਕਰੋਨਾ, ਕੋਈ ਕਰੋਨਾ ਨਹੀਂ ਹੈ। ਦੂਸਰੇ ਜਿਹੜੇ ਇਹ ਸੀਗੇ ਡੈਮੋਕ੍ਰੈਟਸ, ਉਹ ਕਹਿੰਦੇ ਸੀਗੇ ਇਹ ਲੋਕਾਂ ਨੂੰ ਮਰਵਾਉਣ ਵਾਲਾ ਕੰਮ ਹੈਗਾ। ਹੁਣ ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਹੈਗੀ ਸੁਖਵਿੰਦਰ, ਕਿ ਕਰੋਨਾ ਇੱਕ ਆਪਣੇ ਆਪ 'ਚ ਵਾਇਰਸ ਹੈ। ਜੇ ਦਿਖਦੀ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਹੈ ਨਹੀਂ। ਸਵਾਲ ਕਿ ਜਿਹੜੇ ਲੋਕ ਕਰੋਨਾ ਦੇ ਡਰ ਜਾਂ ਭੈ ਦੇ ਵਿੱਚ, ਕਰੋਨਾ ਨੇ ਤੇ ਪਤਾ ਨਹੀਂ ਕਿੰਨੇ ਕੁ ਮਾਰਨੇ ਆ ਜਾਂ ਕਿੰਨੇ ਨਹੀਂ ਮਾਰਨੇ, 1% 2%, ਇਹ ਲੋਕਾਂ ਨੂੰ ਪਤਾ। ਉਹਨਾਂ ਨੂੰ ਇਹ ਹੈ ਕਿ ਜਿਹੜੇ ਬਾਕੀ ਦੇ 98% ਆ, ਉਹਨਾਂ ਨੂੰ ਭਖੜਾ ਕਿਉਂ ਦੇਈ ਜਾਂਦੇ? ਉਹਨਾਂ ਨੂੰ ਤੁਸੀਂ ਮਾਰਨ ਦੇ ਕਿਨਾਰੇ ਕਿਉਂ ਪਹੁੰਚਾ ਦਿੱਤਾ? ਜੋ ਅੱਜ ਤੱਕ ਅੰਕੜੇ ਆਏ ਦੁਨੀਆ ਦੇ ਵਿੱਚ ਤੇ ਇੱਥੇ ਵੀ ਹੈਗੇ, ਕਿ ਕਰੋਨਾ ਦੇ ਨਾਲ 1-2%, 1.5%, ਜਿੰਨਾ ਵੀ ਅਲੱਗ-ਅਲੱਗ ਦੇਸ਼ਾਂ ਦਾ ਅਲੱਗ-ਅਲੱਗ ਅੰਕੜਾ ਹੋਊ, ਸਾਡਾ ਵੀ ਹੋਊਗਾ, ਸਾਡਾ ਪਿਛਲਾ ਵੀ ਹੈਗਾ। ਤਾਂ ਇਸ ਲਈ ਜਿਹੜੀ ਬਗਾਵਤੀ ਸੁਰਾਂ ਹੈਗੀਆਂ, ਜਾਂ ਜਿਹੜੇ ਟ੍ਰੇਡਰਸ ਦੇ ਨਾਲ ਕਿਸਾਨਾਂ ਦਾ, ਨੌਜਵਾਨਾਂ ਦਾ, ਮਜ਼ਦੂਰਾਂ ਦਾ, ਦਲਿਤ ਭਾਈਚਾਰੇ ਦਾ, ਔਰਤਾਂ ਦਾ ਵੱਡੇ ਪੱਧਰ ਤੇ ਇਕੱਠੇ ਹੋਣਾ, ਉਹ ਅਸਲ 'ਚ ਤੁਸੀਂ ਕਹਿ ਲਓ ਕਿ ਇਹ ਰਾਏਸ਼ੁਮਾਰੀ ਹੈਗੀ ਆ ਇਹਨਾਂ ਸਰਕਾਰਾਂ ਦੇ ਉੱਤੇ ਕਿ ਬਸ ਸਾਡੇ ਹੱਥ ਖੜੇ, ਹੋਰ ਅਸੀਂ ਤੁਹਾਨੂੰ ਚੱਲ ਨਹੀਂ ਸਕਦੇ। ਅਸੀਂ
ਤੁਹਾਡੇ ਤੋਂ ਬਾਗੀ ਹਾਂ ਅਸੀਂ, ਤੁਸੀਂ ਸਾਡੀ ਕੁਰਲਾਹਟ ਨੂੰ ਕਦੀ ਨਹੀਂ ਸੁਣਿਆ, ਤਾਂ ਫਿਰ ਹੁਣ ਲਓ ਅਸੀਂ ਵੀ ਇਹ ਫੈਸਲਾ ਕਰ ਲਿਆ ਕਿ ਅਸੀਂ ਤੁਹਾਨੂੰ ਨਹੀਂ ਸੁਣਨਾ। ਇਹ ਜਦੋਂ ਪਰਿਸਥਿਤੀ ਪਹੁੰਚ ਜਾਂਦੀ ਹੈ ਤਾਂ ਉਹ ਇੱਕ ਤੁਸੀਂ ਇੰਝ ਸਮਝ ਲਓ ਕਿ ਦੇਸ਼ ਦੇ ਅੰਦਰ ਅਫਰਾ ਤਫਰੀ ਵਾਲੀ, ਜਿਹਦੇ ਵਿੱਚ ਕੋਈ ਕਿਸੇ ਨੂੰ ਪਛਾਣਦਾ ਨਹੀਂ, ਮੰਨਦਾ ਨਹੀਂ, ਸੁਣਦਾ ਨਹੀਂ। ਕਿਉਂਕਿ ਭਾਵੇਂ ਉਹ ਘਰ ਹੋਵੇ, ਭਾਵੇਂ ਸਮਾਜ ਹੋਵੇ, ਤੇ ਭਾਵੇਂ ਰਾਜ ਹੋਵੇ, ਸੁਖਵਿੰਦਰ, ਉਹ ਸਾਰੇ ਗੱਲ 'ਚ ਕੋਈ ਡੰਡਾ ਥੋੜੀ ਲੋਕਾਂ ਨੂੰ ਕਾਨੂੰਨ ਬਣਾ ਰਿਹਾ ਹੁੰਦਾ, ਜਾਂ ਕੋਈ ਪੁਲਿਸ ਥੋੜੀ ਲੋਕਾਂ ਨੂੰ ਕਾਨੂੰਨ ਦੇ ਆਗਿਆਕਾਰੀ ਪਾਲਣਹਾਰੀ ਬਣਾਉਂਦੀ ਹੈ। ਉਹ ਤੇ ਲੋਕਾਂ ਦਾ ਮਨ ਹੁੰਦਾ ਕਿ ਨਹੀਂ ਬਈ ਇਹਦਾ ਸਾਡਾ ਸਮੁੱਚੇ ਸਮਾਜ ਦਾ ਇਹਦੇ 'ਚ ਫਾਇਦਾ। ਆਪਾਂ ਭਾਵੇਂ ਉਹ ਕੋਈ ਕਸਟਮਰੀ ਰਵਾਇਤੀ ਤੌਰ ਤੇ ਅਸੂਲ ਹੋਣ, ਪਿੰਡ ਦਾ ਭਾਈਚਾਰਾ ਹੋਵੇ, ਜਾਂ ਕਿਸੇ ਚੰਗੇ ਜਾਂ ਮਾੜੇ ਦੇ ਵਿੱਚ ਨਹੀਂ ਜਾਂਦਾ, ਜੋ ਵੀ ਅਸੂਲ ਹੈ ਲੋਕ ਇਸ ਕਰਕੇ ਮੰਨਦੇ ਆ ਕਿ ਨਹੀਂ, ਇਸ ਨੂੰ ਤੋੜਨ ਦਾ, ਇਹਨਾਂ ਅਸੂਲਾਂ ਨੂੰ ਤੋੜਨ ਦਾ, ਸਰਕਾਰ ਵਿਰੁੱਧ ਬਗਾਵਤ ਕਰਨ ਦਾ ਜਿਹੜੀ ਕੀਮਤ ਆ ਉਹ ਜ਼ਿਆਦਾ ਹੋਊਗੀ, ਔਰ ਇਹਦੇ ਵਿੱਚ ਬਣੇ ਰਹਿਣ ਦੀ ਕੀਮਤ ਘੱਟ ਹੋਊਗੀ। ਇਸ ਲਈ ਇਸ ਕਰਕੇ ਲੋਕ ਚੱਲਦੇ ਰਹਿੰਦੇ। ਪਰ ਜਦੋਂ ਉਹਨਾਂ ਨੂੰ ਇਹ ਅਹਿਸਾਸ ਹੋ ਜੇ ਕਿ ਇਹਨਾਂ ਨੇ ਤੇ ਹੱਦ ਬੰਨੇ ਸਾਰੇ ਟੱਪ ਗਏ ਆ, ਇਹ ਤੇ ਸਾਡੀ ਥਾਲੀ 'ਚ ਪਈ ਰੋਟੀ ਵੀ ਚੁੱਕ ਕੇ ਭੱਜਣ ਲਈ ਤਿਆਰ ਹੋ ਗਏ ਆ, ਤਾਂ ਫਿਰ ਲੋਕ ਕਹਿੰਦੇ ਕਿ ਆ ਜਾਓ, ਅਸੀਂ ਹੁਣ ਤੁਸੀਂ ਮੈਦਾਨੇ ਜੰਗ ਆ ਜਾਓ। ਇਹੀ ਪੱਛਮੀ ਬੰਗਾਲ 'ਚ ਹੋਇਆ, ਇਹੀ ਬਿਲਕੁਲ ਸ਼ਕਤੀ, ਇੱਕ ਜਿਹੜੀ ਔਰਤ ਦੀ ਸ਼ਕਤੀ ਉੱਥੇ ਮਮਤਾ ਬੈਨਰਜੀ ਦੀ ਆਈ ਹੈ, ਉਹ ਇੱਥੋਂ ਹੀ ਆਈ ਹੈ ਕਿ ਹੱਦ ਹੋ ਗਈ, ਇਹਨਾਂ ਨੇ ਸਾਡੇ ਘਰ ਤੇ ਹੀ ਤਾਵਾ ਬੋਲ ਦਿੱਤਾ, ਤੇ ਫਿਰ ਆਓ ਅਸੀਂ ਵੇਖ ਲਾਂਗੇ ਤੁਹਾਨੂੰ ਕਿ ਤੁਸੀਂ ਕਿਵੇਂ ਸਾਡੇ ਤੇ ਹਮਲਾ ਕਰਕੇ ਤੇ ਤੁਸੀਂ ਕਾਮਯਾਬ ਹੁੰਦੇ ਆ। ਉਹ ਅਖੀਰਲੇ ਆਖਰੀ ਮਿੰਟ ਤੱਕ ਐਨ ਸ਼ੀਣੀ ਬਣ ਕੇ, ਜਾਨੀ ਜਿਹਨੂੰ ਸ਼ੇਰਨੀ ਬਣ ਕੇ ਉਹ ਲੜੀ, ਤੇ ਉਹਦੇ ਰਿਜ਼ਲਟ ਸਾਡੇ ਸਾਹਮਣੇ ਆ। ਇਹ ਸ਼ੁਰੂਆਤ ਹੈ, ਇਹ ਸਾਰੇ ਦੇਸ਼ 'ਚ ਹੋਊਗੀ ਸੁਖਵਿੰਦਰ। ਔਰ ਕਿਸਾਨ ਇਹੋ ਜਿਹੀ ਜਿਹੜੀ ਬਾਗੀ ਸੁਰਾਂ ਜਾਂ ਬਗਾਵਤ ਦੇਸ਼ ਦੇ ਅੰਦਰ ਫੈਲ ਰਹੀ ਹੈ, ਕੋਈ ਮੈਂ ਇਹਦੇ ਤੇ ਚੰਗੇ ਮਾੜੇ ਤੇ ਕਮੈਂਟ ਨਹੀਂ ਦੇ ਰਿਹਾ, ਹੋਣੀ ਚਾਹੀਦੀ ਆ ਨਹੀਂ ਹੋਣੀ ਚਾਹੀਦੀ, ਮੈਂ ਇੱਕ ਰਿਫਲੈਕਸ਼ਨ ਦੇ ਰਿਹਾ ਕਿ ਹਾਲਾਤ ਇਹੋ ਜਿਹੇ ਬਣ ਗਏ ਆ ਜਿੱਥੇ ਲੋਕਾਂ ਨੇ ਇਹ ਸੋਚਣਾ ਕਿ ਸਰਕਾਰਾਂ ਦੇ ਅਸੂਲਾਂ ਨੂੰ ਮੰਨ ਕੇ, ਉਹਨਾਂ ਦੇ ਤੰਤਰ ਮੰਤਰ ਨੂੰ ਜੋ ਵੀ ਹੈ ਮੰਨ ਕੇ ਉਹਦੇ ਵਿੱਚ ਉਹਨਾਂ ਨੂੰ ਫਾਇਦਾ, ਜਾਂ ਇਸ ਦੀ ਜਗ੍ਹਾ ਕੁਝ ਹੋਰ ਕਰਕੇ ਉਹ ਉਹਨਾਂ ਨੂੰ ਫਾਇਦਾ। ਇਸ ਕਿਸਮ ਦੀ ਚਰਚਾ, ਸੰਵੇਦਨਸ਼ੀਲਤਾ, ਰਾਜਨੀਤਿਕ ਸੂਝ-ਬੂਝ, ਇਸ ਕਿਸਮ ਦੀ ਸਾਰੀ ਦੇਸ਼ ਦੇ ਅੰਦਰ ਕਿਤੇ ਨਾ ਕਿਤੇ ਉਹ ਗੁੱਬ ਗਵਾਰ ਦੇ ਰੂਪ ਚ, ਆਊਟਰਾਈਟ ਜਿਹਨੂੰ ਰਿਵੋਲਟ ਕਹਿੰਦੇ, ਕਿਤੇ ਨਾ ਕਿਤੇ ਉਹ ਸਿਸਟਮੈਟਿਕ ਰੂਪ ਦੇ ਵਿੱਚ, ਕਿਤੇ ਉਹ ਵੋਟਾਂ ਦੇ ਮਾਮਲੇ ਚ, ਭਾਵੇਂ ਉਹ ਪੰਚਾਇਤਾਂ ਦੀਆਂ ਵੋਟਾਂ ਹੋਣ ਤੇ ਭਾਵੇਂ ਉਹ ਸੂਬਿਆਂ ਦੀਆਂ ਸਰਕਾਰਾਂ ਦੀਆਂ ਵੋਟਾਂ ਹੋਣ, ਉੱਥੇ ਨਿਕਲ ਰਿਹਾ, ਕਿਤੇ ਉਹ ਹਸਪਤਾਲਾਂ 'ਚ ਨਿਕਲ ਰਿਹਾ, ਕਿਤੇ ਉਹ ਲੋਕਾਂ ਦੀ ਆਮ ਸੇਵਾ, ਜਿਸ ਤਰ੍ਹਾਂ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਬੇਗਮਪੁਰਾ ਵਿਛਾ ਕੇ ਉਹ ਆਪਣਾ ਮੁਕਾਬਲੇ ਦੇ ਵਿੱਚ ਉਤਰ ਰਹੇ। ਤੇ ਇਹ ਪੂਰੇ ਦੇਸ਼ ਦੇ ਅੰਦਰ ਤੁਸੀਂ ਜੇ ਇਸ ਨੂੰ ਇੱਕ ਜਿਹਨੂੰ ਕਹਿੰਦੇ ਬਰਡਸ ਆਈ ਵਿਊ, ਜੇ ਤੁਸੀਂ ਇੱਕ ਨਿਗਾਹ ਨਾਲ ਦੂਰੋਂ ਧਿਆਨ ਨਾਲ ਦੇਖੋ ਐਟ ਏ ਗਲਾਂਸ, ਤਾਂ ਤੁਹਾਨੂੰ ਸਾਫ਼ ਨਜ਼ਰ ਆ ਜਾਂਦਾ ਕਿ ਇਹ ਜੋ ਬਗਾਵਤਾਂ ਸ਼ੁਰੂ ਹੋਈਆਂ ਜਾਂ ਬਾਗੀ ਸੁਰਾਂ ਸ਼ੁਰੂ ਹੋਈਆਂ, ਇਹ ਛੇਤੀ ਵਾਪਸ ਪਹਿਲੇ ਵਾਲੇ ਰੂਪ 'ਚ ਠੰਡੀਆਂ ਹੋ ਕੇ ਦੁਬਾਰਾ ਉਸੇ ਤਰ੍ਹਾਂ ਸਮਾਜ ਤੇ ਸੋਚ ਤੇ ਰਾਜਨੀਤੀ ਪਹਿਲੇ ਰੂਪ ਦੇ ਵਿੱਚ ਚੱਲ ਪਵੇ, ਉਸ ਦਾ ਮੈਨੂੰ ਕੋਈ ਉਮੀਦ ਨਹੀਂ ਲੱਗਦੀ। ਹੁਣ ਇਹਦੇ ਵਿੱਚੋਂ, ਇਸ ਤੁਸੀਂ ਕਹਿ ਲਓ ਉਥਲ ਪੁਥਲ ਵਿੱਚੋਂ, ਇਸ ਆਪਾ ਤਾਪੀ ਵਿੱਚੋਂ, ਇਸ ਬਗਾਵਤ ਦੇ ਵੱਡੇ ਸ਼ੋਰ ਵਿੱਚੋਂ ਕਿਹੜੀ ਕੋਈ ਨਵੀਂ ਰੂਪ ਉਗਮਦੇ ਆ, ਉੱਠਦੇ ਆ, ਉਹ ਕੱਲਾ 2022 ਨਹੀਂ, ਉਹ ਕੱਲਾ 2024 ਨਹੀਂ, ਸਾਨੂੰ ਲੰਮੇ ਦੌਰ ਤੇ ਵੀ ਸੋਚਣਾ ਚਾਹੀਦਾ ਕਿ ਸਮਾਜ ਇੱਕ ਨਵੇਂ ਰੂਪ ਲਈ ਇੱਕ ਅੰਗੜਾਈ ਲੈ ਰਿਹਾ, ਆਪਾਂ ਉਸ ਨੂੰ ਕਿਹੋ ਜਿਹੀ ਸੇਧ ਦੇ ਸਕੀਏ, ਕਿਹੋ ਜਿਹਾ ਰੂਪ ਦੇ ਸਕੀਏ ਕਿ ਲੋਕ ਜਿਹੜੇ ਅੱਜ ਤੱਕ ਉਹਨਾਂ ਦੇ ਲੱਖਾਂ ਹੀ ਖੇਦ ਹੈਗੇ, ਉਹਨਾਂ ਦੀਆਂ ਨਿਰਾਸ਼ਾ ਹੈਗੀਆਂ, ਉਹਨਾਂ ਦੀਆਂ ਨਾਕਾਮਯਾਬੀਆਂ, ਉਹਨਾਂ ਦੀਆਂ ਪੀੜਾਂ ਦਰਦ ਸਾਰੇ ਹੈਗੇ, ਉਸ ਨਵੇਂ ਰੂਪ ਦੇ ਵਿੱਚ ਜਿਹੜਾ ਨਵਾਂ ਸਮਾਜ ਹੋਏ, ਨਵਾਂ ਸੰਸਾਰ ਹੋਏ, ਨਵਾਂ ਤਾਣਾ ਬਾਣਾ ਹੋਏ, ਉਹਦੇ ਵਿੱਚ ਉਹ ਕਿਵੇਂ ਐਡਰੈਸ ਹੋਣਗੇ, ਇਸ ਗੱਲ ਦੀ ਉਮੀਦ ਦੇ ਵਿੱਚ ਕਾਫੀ ਕੁਝ ਆਉਣ ਵਾਲੇ ਸਮੇਂ 'ਚ ਹੋਣ ਜਾ ਰਿਹਾ। ਸੁਖਵਿੰਦਰ ਜੀ, ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਹੁਣ ਚਰਚਾਵਾਂ ਹੋਰ ਵੀ ਚੱਲਦੀਆਂ ਕਿ ਫੈਡਰਲ ਢਾਂਚੇ ਨੂੰ ਤੋੜਨ ਦੀ ਕੋਸ਼ਿਸ਼ ਹੈ ਜਾਂ ਲੋਕਤੰਤਰ ਖਤਰੇ ਵਿੱਚ ਹੈ, ਤੁਹਾਡਾ ਕੀ ਮੰਨਣਾ ਹੈ ਕਿ ਇਹਦੇ ਲਈ ਸਿਰਫ
ਜਿੱਦਾਂ ਜਿਹੜੀ ਕੇਂਦਰ ਸਰਕਾਰ ਹੈ, ਜਿਹਨੂੰ ਬੀਜੇਪੀ ਦੀ ਸਰਕਾਰ ਜਾਂ ਮੋਦੀ ਸ਼ਾਹ ਦੀ ਸਰਕਾਰ ਕਹਿ ਦਿੱਤਾ ਜਾਂਦਾ ਹੈ, ਜਾਂ ਫਿਰ ਪਿਛਲੀਆਂ ਜਿਹੜੀਆਂ ਸਿਆਸੀ ਪਾਰਟੀਆਂ, ਜਿੰਨੀਆਂ ਤਮਾਮ ਸਿਆਸੀ ਧਿਰਾਂ ਨੇ, ਉਹ ਸਾਰੀਆਂ ਇਸ ਸਭ ਦੇ ਲਈ ਜ਼ਿੰਮੇਵਾਰ ਨੇ ਜਿਹੜੇ ਹਾਲਾਤ ਅੱਜ ਮੁਲਕ ਦੇ ਹੋਏ ਨੇ? ਦੇਖੋ, ਇਹ ਇਸ ਤਰ੍ਹਾਂ ਨਹੀਂ ਅਸੀਂ ਕਹਿ ਸਕਦੇ ਕਿ ਜੋ ਅੱਜ ਹੋ ਰਿਹਾ ਇਹ ਅਚਾਨਕ ਬੀਜੇਪੀ ਨੇ ਕੋਈ ਨਵਾਂ ਰੂਪ ਦੇਸ਼ ਦੇ ਵਿੱਚ ਰਾਜ ਕਰਨ ਦਾ ਜਾਂ ਰਾਜਨੀਤਿਕ ਵਿਵਸਥਾ ਦਾ ਲੈਣ ਦਾ। ਇਸ ਤਰ੍ਹਾਂ ਬਿਲਕੁਲ ਠੀਕ ਨਹੀਂ ਹੈ। ਪਹਿਲਾਂ ਹੀ ਜੋ ਸਾਡਾ ਸੰਵਿਧਾਨ ਬਣਾਇਆ ਸੀ, ਜਿਸ ਰੂਪ 'ਚ ਉਹ ਲਾਗੂ ਹੋਣਾ ਚਾਹੀਦਾ ਸੀ, ਈਵਨ ਡਾਕਟਰ ਭੀਮ ਰਾਓ ਅੰਬੇਦਕਰ ਨੇ ਸਾਰਾ ਕਾਨੂੰਨ ਜਿਹੜਾ ਜਾਂ ਸੰਵਿਧਾਨ ਬਣਾਉਣ ਤੋਂ ਬਾਅਦ ਜਿਹੜੇ ਆਪਣੇ ਸ਼ੰਕੇ ਜ਼ਾਹਰ ਕੀਤੇ ਸੀ, ਉਹਨਾਂ ਨੂੰ ਇਹੀ ਸੀ ਕਿ ਜਿਸ ਕਿਸਮ ਦਾ ਸਾਡਾ ਸਮਾਜ, ਜਿਹਦੇ ਵਿੱਚ ਜਾਤੀਗਤ ਨਫ਼ਰਤ, ਊਚ ਨੀਚ, ਇੰਨੀ ਬੈਕਵਰਡਨੈਸ, ਇਹਨਾਂ ਪੇਂਡੂ ਭਾਈਚਾਰੇ ਦਾ ਅਜੇ ਦੋ ਡੰਗ ਦੀ ਰੋਟੀ ਪੂਰੀ ਕਰਨ ਲਈ ਲੜਦੇ ਰਹਿਣਾ, ਜਿਹੜੀ ਇਹਨਾਂ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਪਛੜੇਪਣ 'ਚ, ਅਸਾਵੇਂਪਣ 'ਚ ਕੀ ਇਹ ਸੰਵਿਧਾਨ ਜਿਹੜਾ ਕੋਈ ਨਾ ਕੋਈ ਲੋਕਾਂ ਨੂੰ ਰਾਹਤ ਦੇ ਪਾਊ? ਤੇ ਉਹਨਾਂ ਦੇ ਆਪ ਹੀ ਇਹ ਸਵਾਲ ਦੇ ਵਿੱਚ ਉਹਨਾਂ ਦਾ ਜਵਾਬ ਸੀ ਕਿ ਮੈਨੂੰ ਬੜਾ ਇਸ ਗੱਲ ਤੇ ਸੰਦੇਹ ਹੈਗਾ, ਮੈਨੂੰ ਮੁਸ਼ਕਲ ਲੱਗਦਾ। ਇਸ ਲਈ ਸੁਖਵਿੰਦਰ, ਇਹ ਤੇ ਉਸ ਦਿਨ ਤੋਂ ਹੀ ਜਿੱਦਣ ਇਹ ਸੰਵਿਧਾਨ ਲਾਗੂ ਹੋਇਆ ਤੇ ਇਹ ਸਵਾਲ ਉਹਦੇ ਨਾਲ ਨਾਲ ਹੀ ਜਨਮ ਉਹਨਾਂ ਨੇ ਲੈ ਲਏ ਸੀਗੇ। ਪਰ ਇਹਦੇ ਬਾਵਜੂਦ ਵੀ ਦੇਖੀਏ, ਜੋ ਵੀ ਕਹੀਏ, ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਚੀਜ਼ਾਂ ਢਾਂਚਾ ਚੱਲਦਾ ਰਿਹਾ। ਪਰ ਜਿਸ ਪੜਾਅ ਤੇ ਅਸੀਂ ਪਹੁੰਚੇ ਹਾਂ, ਜਿਸ ਮੰਜ਼ਿਲ ਤੇ ਅਸੀਂ ਪਹੁੰਚੇ ਹਾਂ ਹੁਣ, ਉਸ ਦੀ ਸ਼ੁਰੂਆਤ ਕਿਸੇ ਵੇਲੇ 70ਵਿਆਂ 'ਚ ਕਾਂਗਰਸ ਨੇ ਕਰ ਦਿੱਤੀ ਸੀ। ਉਹਦੇ ਬੀਜ ਤੇ ਹੋ ਸਕਦਾ ਉਦੋਂ ਪਹਿਲਾਂ ਵੀ ਪਏ ਹੋਣ, ਪਰ ਜਿਹੜੀ ਉਹ ਨੰਗੇ ਚਿੱਟੇ ਰੂਪ ਦੇ ਵਿੱਚ ਇੰਦਰਾ ਦੇ ਰਾਜ ਤੋਂ ਇਹ ਸ਼ੁਰੂ ਹੋ ਗਈ ਸੀ। ਉਹਦੇ ਕਈ ਪੜਾਅ ਆਏ ਹੋਣਗੇ, ਕਦੀ ਉੱਪਰ ਗਿਆ, ਕਦੀ ਥੱਲੇ ਗਿਆ, ਜ਼ਿਗ ਜ਼ੈਗ ਹੋਇਆ ਹੋਊਗਾ। ਪਰ ਇਸ ਦਾ ਜਿਹੜਾ ਕਿ ਨਵਾਂ ਗੇਅਰ ਪਾ ਦਿੱਤਾ, ਜਾਨੀ ਨਵੀਂ ਸਪੀਡ ਇਹਨੂੰ ਦੇਤੀ, ਨਵਾਂ ਰੂਪ ਦੇ ਦਿੱਤਾ, ਔਰ ਨਵੇਂ ਤਰੀਕੇ ਨਾਲ, ਧੜੱਲੇ ਨਾਲ, ਸ਼ਰੇਆਮ ਸ਼ਰੇ ਬਾਜ਼ਾਰ ਉਸਨੂੰ ਨੰਗੇ ਚਿੱਟੇ ਰੂਪ 'ਚ ਲਾਗੂ ਕਰਨ ਲਈ, ਜੋ ਪਹਿਲਾਂ ਪਾਲਸੀਆਂ ਇਹੀ ਛੁਪੇ ਰੂਪ ਦੇ ਵਿੱਚ ਹੁੰਦੀਆਂ ਸੀ, ਪਰਦੇ ਪਿੱਛੇ ਹੁੰਦੀਆਂ ਸੀ, ਫਰੰਟ ਲਾਈਨ ਤੋਂ ਧੜੱਲੇ ਨਾ ਕਰਨ ਲਈ ਜੋ ਬੀਜੇਪੀ ਨੇ ਸਟੈਂਡ ਲਿਆ, ਉਹ ਮੇਰਾ ਖਿਆਲ ਇੱਕ ਪੁਰਾਣਿਆਂ ਨਾਲੋਂ ਡਿਪਾਰਚਰ ਆ, ਅਲੱਗ ਆ, ਬੜਾ ਅਲੱਗ ਤੁਸੀਂ ਸਾਫ਼ ਰੂਪ 'ਚ ਦੇਖ ਸਕਦੇ। ਹੁਣ ਮੈਂ ਇਸ ਪਰਿਪੇਖ 'ਚ ਜਿਹੜੀ ਗੱਲ ਕਹਿਣੀ ਚਾਹੁੰਦਾ ਆ ਕਿ ਦੋ ਹੀ ਪ੍ਰੋਸੈਸ ਲਗਾਤਾਰ ਚੱਲ ਰਹੇ ਆ। ਇੱਕ ਪਾਸੇ ਕੇਂਦਰੀਕਰਨ, ਦੂਸਰਾ ਹੈਗਾ ਵਿਕੇਂਦਰੀਕਰਨ। ਸਾਡਾ ਸੰਵਿਧਾਨਿਕ ਸਟੇਟਸ ਜਿਹੜਾ, ਜਿਹਨੂੰ ਡੇਜੋਰ ਕਹਿੰਦੇ ਆ, ਉਹ ਹੈਗਾ ਫੈਡਰਲ। ਇਹ ਯੂਨੀਅਨ ਆਫ ਸਟੇਟਸ, ਇਹ ਸਾਡੀਆਂ ਪਰ ਇਹ ਫੈਡਰਲ ਢਾਂਚੇ ਦੀ ਜਗ੍ਹਾ ਸਟੇਟਸ ਦੀ ਹੋਂਦ ਦੀ ਨਾਲ ਇੱਕ ਦੂਜੇ ਨਾਲ, ਯਾਨੀ ਤੁਸੀਂ ਇੰਝ ਕਹਿ ਲਓ ਕਿ ਜਿਸ ਤਰ੍ਹਾਂ ਕੋਈ ਅਲੱਗ-ਅਲੱਗ ਮੋਤੀਆਂ ਦਾ ਹਾਰ ਹੁੰਦਾ ਤੇ ਉਹ ਦੇਖਣ ਨੂੰ ਇੱਕ ਵੀ ਲੱਗਦਾ ਤੇ ਮੋਤੀ ਅਲੱਗ-ਅਲੱਗ ਵੀ ਹੈਗੇ। ਇਸ ਕਿਸਮ ਦਾ ਬਣਨ ਦੀ ਜਗ੍ਹਾ ਇੱਕ ਚੇਨ ਉਸ ਕਿਸਮ ਦੀ ਬਣ ਗਈ ਜਿਹੜੀ ਸਾਰੀ ਇੱਕੋ ਰੂਪ 'ਚ ਲੱਗਦੀ ਹੈ। ਮੋਤੀ ਕੱਢ ਤੇ ਚੇਨ ਥੱਲਿਓਂ ਬਚੀ। ਉਹ ਰੂਪ ਜਿਹੜਾ ਬਣਦਾ, ਜਿਹਨੂੰ ਤੁਸੀਂ ਯੂਨੀਅਨ ਆਫ ਸਟੇਟਸ ਦੀ ਜਗ੍ਹਾ ਇੰਝ ਕਹਿ ਲਓ ਕਿ ਯੂਨਿਟਰੀ ਸਿਸਟਮ, ਕੇਂਦਰੀਕਰਨ, ਜਿਸ ਨੂੰ ਆਪਾਂ ਇਹ ਕਹਿੰਦੇ ਕਿ ਸੰਘੀ ਢਾਂਚੇ ਨੂੰ ਕਮਜ਼ੋਰ ਕਰਕੇ ਕੇਂਦਰੀ ਢਾਂਚੇ ਨੂੰ ਮਜ਼ਬੂਤ ਕਰਨਾ, ਔਰ ਉਸ ਦਾ ਛਾਇਆ ਹਰ ਕਿਸਮ ਦੇ ਵਿਲੱਖਣ ਸੂਬਿਆਂ ਦੇ ਸੱਭਿਆਚਾਰ, ਉਹਨਾਂ ਦੇ ਅਧਿਕਾਰ, ਉਹਨਾਂ ਦੇ ਧਰਮ, ਉਹਨਾਂ ਦਾ ਅਲੱਗ ਬੋਲੀਆਂ, ਉਹਨਾਂ ਸਾਰਿਆਂ ਦੇ ਉੱਤੇ ਉਹ ਚੇਨ ਦੇ ਨਾਲ ਬੰਨ ਕੇ ਉਸੇ ਤਰੀਕੇ ਨਾਲ ਇੱਕ ਰੂਪ ਕਰਨ ਦੀ ਕੋਸ਼ਿਸ਼ ਕਰਨਾ। ਇਹ ਬੜੀ ਦੇਰ ਤੋਂ ਹੋ ਰਿਹਾ ਸੀ, ਪਰ ਹੁਣ ਇਹ ਨੰਗੇ ਚਿੱਟੇ ਰੂਪ ਦੇ ਵਿੱਚ ਧੜੱਲੇ ਨਾ ਹੋ ਰਿਹਾ, ਇਸ ਕਰਕੇ ਸਾਨੂੰ ਜ਼ਿਆਦਾ ਮਹਿਸੂਸ ਹੋਣ ਲੱਗਾ। ਕੇਂਦਰੀਕਰਨ ਦੀ ਲੋੜ ਕਿਉਂ ਪੈ ਰਹੀ ਹੈ? ਦੇਖੋ, ਆਫਟਰ ਆਲ, ਜੇ ਬੀਜੇਪੀ ਏਡੇ ਵੱਡੇ ਪੱਧਰ ਤੇ ਕੇਂਦਰੀਕਰਨ ਕਰ ਰਹੀ ਹੈ, ਮੇਰਾ ਤੇ ਇੰਨਾ ਹੀ ਕਹਿਣਾ ਹੈਗਾ ਕਿ ਦੇਖੋ ਸੁਖਵਿੰਦਰ, ਇਹ ਜਿਹੜਾ ਆਈਡੀਆ ਸੀਗਾ ਨੈਸ਼ਨਲਿਜ਼ਮ ਦਾ, ਇਹ ਵੀਰ ਸਵਾਰਕਰ ਜਰਮਨ ਤੋਂ ਲੈ ਕੇ ਆਏ ਸੀ, ਤੇ ਜਿਹਦਾ ਮਾਨੇ ਇਹ ਹੀ ਸੀਗਾ ਕਿ ਜੋ ਉੱਥੇ ਉਹਨਾਂ ਨੇ ਜੂਸ ਦੇ ਵਿਰੁੱਧ ਐਂਟੀਸੈਮਿਟਿਸਿਜ਼ਮ ਦਾ ਨਾਰਾ ਦੇ ਕੇ ਕਿ ਉਹ ਜਰਮਨ ਯੂ ਆਰ ਗ੍ਰੇਟ, ਉਹ ਜੋ ਵੱਡ ਵਡੇਂਗਾ, ਜੋ ਸਾਰਾ ਸੈਕੰਡ ਵਰਲਡ ਵਾਰ ਹੋਇਆ, ਉੱਥੋਂ ਦਾ ਹੀ ਇਹ ਜਿਹੜੀ ਜ਼ਹਿਰੀਲੀ ਬੂਟੀ ਇਹ ਲੈ ਕੇ ਆਏ ਸੀਗੇ, ਜਿਹੜੀ ਇੱਥੇ ਦਿੱਤੀ। ਤੇ ਉਹ ਵੀਰ ਸਵਾਰਕਰ, ਜਿਹਨੂੰ ਮੈਂ ਕਹਿ ਰਿਹਾ ਸੀ, ਜਿਹਨੂੰ ਵੀਰ ਦਾ ਇਹਨਾਂ ਨੇ RSS ਨੇ ਖਿਤਾਬ ਦਿੱਤਾ, ਜਿਹੜਾ ਕਿ ਫਾਊਂਡਰ ਹੈਗਾ ਇੱਥੇ RSS ਦਾ, ਉਸ ਨੂੰ ਵੀਰ
ਪਤਾ ਨਹੀਂ ਕਿਉਂ ਕਿਹਾ ਕਿ ਕਿਉਂਕਿ ਬਾਰ-ਬਾਰ ਉਹਨੇ ਅੰਗਰੇਜ਼ਾਂ ਤੋਂ ਜੇਲ੍ਹ ਚੋਂ ਛੁੱਟਣ ਲਈ ਮਾਫੀ ਮੰਗੀ ਸੀ 3-4 ਵਾਰੀ, ਤੇ ਮੈਂ ਹੀ ਪੜ੍ਹੀ ਹੈ। ਤੇ ਇਹ ਜਿਹੜੀ ਮਾਫੀਆਂ ਮੰਗ ਕੇ ਬਾਹਰ ਆਉਣਾ ਕਿ ਮੈਨੂੰ ਦੇ ਦਿਓ, ਮੈਂ ਤਾਂ ਕੋਈ ਤੁਹਾਡੇ ਵਿਰੁੱਧ ਨਹੀਂ ਕਰੂੰਗਾ, ਥਾਣੇ 'ਚ ਵੀ ਜਾ ਕੇ ਹਾਜ਼ਰੀ ਲਵਾਉਂਗਾ, ਤੁਹਾਡੀ ਜੋ ਤੁਸੀਂ ਕਹੋਗੇ ਉਹਦੇ ਮੁਤਾਬਕ ਚੱਲੂਗਾ, ਪਰ ਮੈਨੂੰ ਜੇਲ੍ਹ ਚੋਂ ਬਾਹਰ, ਅਸੀਂ ਤੇ ਸਮਾਜ ਸੇਵੀ ਹਾਂ, ਸਾਡਾ ਤੇ ਕੋਈ ਕਿਸੇ ਕਿਸਮ ਦਾ ਤੁਹਾਡੇ ਵਿਰੁੱਧ ਗੁੱਸਾ ਹੀ ਨਹੀਂ, ਤੁਸੀਂ ਤੇ ਬਹੁਤ ਚੰਗੇ, ਇਸ ਕਿਸਮ ਦੇ ਜਿਹੜੇ ਉਹ ਸਾਰੀਆਂ ਮਾਫੀਨਾਮੇ ਦੀਆਂ ਡਿਟੇਲਸ ਸਾਰੀਆਂ ਹੈਗੀਆਂ। ਮੈਂ ਕਹਿੰਦਾ ਕਿ ਜਿਸ ਜਥੇਬੰਦੀ ਦੇ ਮੁੱਢਲੇ ਲੀਡਰਾਂ ਦਾ ਇਸ ਕਿਸਮ ਦਾ ਕਿਰਦਾਰ ਹੋਊਗਾ ਤੇ ਉਹ ਕਿਸ ਕਿਸਮ ਦਾ ਨੈਸ਼ਨਲਿਜ਼ਮ ਹੋਊਗਾ, ਕਿਸ ਕਿਸਮ ਦਾ ਹਿੰਦੂ ਰਾਸ਼ਟਰ ਹੋਊਗਾ, ਉਹ ਸਾਨੂੰ ਸਮਝਣਾ ਕੋਈ ਮੁਸ਼ਕਲ ਨਹੀਂ। ਪਰ ਜੋ ਇਹਦਾ ਰੂਪ ਅੱਜ ਲਿਆਂਦਾ ਜਾ ਰਿਹਾ ਕੇਂਦਰੀਕਰਨ ਦੇ ਰੂਪ ਦੇ ਵਿੱਚ, ਜਿੱਥੇ ਹਰ ਕਿਸਮ ਦਾ ਭਕਵਾਂਕਰਨ ਕਰਨ ਦੀ ਕੋਸ਼ਿਸ਼ ਕਰਨੀ, ਸਾਰੇ ਜਿਹੜੇ ਸਾਡੇ ਅਲੱਗ-ਅਲੱਗ ਗੁਲਦਸਤੇ ਦੇ ਰੰਗ ਆ, ਬਗੀਚੇ ਦੇ ਰੰਗ ਆ, ਉਹਨੂੰ ਇੱਕੋ ਹੀ ਕਿਸਮ ਦੇ ਬੂਟੇ ਦੇ ਨਾਲ ਬਾਕੀ ਸਾਰਿਆਂ ਨੂੰ ਖਤਮ ਕਰਕੇ, ਜੇ ਪੋਲੀ ਆ ਤੇ ਪੋਲੀ ਬੀਜਣੀ ਹੈ, ਜੇ ਕੋਈ ਕਿੱਕਰ ਆ ਤੇ ਕਿੱਕਰਾਂ ਹੀ ਸਾਰੀਆਂ ਕਰ ਦੇਣੀਆਂ, ਇਸ ਕਿਸਮ ਦਾ ਕਰਨ ਦੀ ਕੋਸ਼ਿਸ਼ ਕਰਨੀ, ਉਹ ਇੱਕ ਸਾਡੇ ਨਾਲ ਧੱਕਾ ਆ, ਸਾਡੀ ਸਿਵਲਾਈਜੇਸ਼ਨ ਦੇ ਨਾਲ ਧੱਕਾ ਆ, ਸਾਡੇ ਜਿਹੜੇ ਸੱਭਿਆਚਾਰਕ ਵਿਲੱਖਣਤਾ ਆ ਉਹਨੂੰ ਉਹਦੇ ਤੇ ਸੁਹਾਗਾ ਮਾਰ ਕੇ ਇੱਕੋ ਜਿਹੇ ਕਰਨ ਦੀ ਕੋਸ਼ਿਸ਼ ਕਰਨਾ, ਇਹ ਸਾਰਿਆਂ ਨਾਲ ਧੱਕਾ। ਇਸੇ ਕਰਕੇ ਉਹ ਸੌਖਾ ਨਹੀਂ। ਕਿਉਂਕਿ ਮੈਂ ਜਦੋਂ ਇਹ ਗੱਲ ਕਹਿੰਦਾ ਕਿ ਜਿਹੜਾ ਹਿੰਦੂ ਰਾਸ਼ਟਰ ਦੀ ਵੀ ਇਹ ਗੱਲ ਕਰਦੇ, ਜੇ ਉਹਦੀ ਲੈ ਲਈਏ ਸੁਖਵਿੰਦਰ, ਤਾਂ ਉਹ ਹਿੰਦੂ ਵੀ ਕੌਣ ਆ, ਇਹ ਡੈਫੀਨੇਸ਼ਨ ਦੱਸਣ ਨਾ, ਹਿੰਦੂ ਕੌਣ ਹੁੰਦਾ ਆ। ਹਿੰਦੂ ਇੰਜ ਨਹੀਂ ਹੁੰਦਾ ਕਿ ਘੱਟ ਗਿਣਤੀਆਂ ਮਾਈਨਸ ਜਿਹੜੀਆਂ 20% ਬਣਦੀਆਂ, ਬਾਕੀ ਸਾਰੇ 80% ਹਿੰਦੂ ਹੈ। ਸਾਊਥ ਦੀਆਂ ਬਿਲਕੁਲ ਉਹ ਬ੍ਰਹਿਮਨਿਕਲ ਜਿਹੜੀ ਮੂਵਮੈਂਟਸ, ਉਹਨਾਂ ਐਂਟੀ ਬ੍ਰਾਹਮਣ ਮੂਵਮੈਂਟ ਜਿਹੜੀ ਆ, ਉਹਨਾਂ ਦੇ DMK ਸਾਰਿਆਂ ਦਾ ਜਾਂ ਪੈਰੀਆਰ ਵਗੈਰਿਆਂ ਦੀ ਇੰਨੀ ਜ਼ਬਰਦਸਤ ਮੂਵਮੈਂਟ ਆ, ਐਂਟੀ ਹਿੰਦੀ ਇੰਨੀ ਉਹਨਾਂ ਦੀ ਜ਼ਬਰਦਸਤ ਮੂਵਮੈਂਟ ਆ ਦਰਾਵੜੀਅਨ ਲੈਂਗੁਏਜਸ ਲਈ। ਇਸੇ ਤਰੀਕੇ ਨਾਲ ਨਾਰਥ ਦੇ ਅਲੱਗ-ਅਲੱਗ ਲੋਕ ਹੈਗੇ ਆ, ਉਹ ਵੀ ਸਾਰੇ ਇੱਕੋ ਜਿਹੇ ਨਹੀਂ ਹੈਗੇ। ਮੱਧ ਪ੍ਰਦੇਸ਼, ਯੂਪੀ ਦੇ ਕਾਓ ਬੈਲਟ ਦੇ ਅਲੱਗ ਹੋ ਸਕਦੇ ਆ, ਪੰਜਾਬ ਦੇ ਬਿਲਕੁਲ ਅਲੱਗ ਆ, ਦੂਜੀਆਂ ਜਗ੍ਹਾ ਦੇ ਬਿਲਕੁਲ ਅਲੱਗ ਆ। ਪੱਛਮੀ ਬੰਗਾਲ ਦਾ ਹਿੰਦੂ ਨੇ ਦੱਸੇ ਦਿੱਤਾ, ਜਦੋਂ ਇੱਥੇ ਜੈ ਸ਼੍ਰੀ ਰਾਮ ਕਰਨ ਗਏ ਸੀ, ਉਹਨਾਂ ਨੇ ਇਹੋ ਜਿਹਾ ਹਮਲਾ ਬੋਲਿਆ ਕਿ ਜਾਣੀ ਬੇ ਆਫ ਬੰਗਾਲ 'ਚ ਸੁੱਟਣ ਲਈ ਇਹਨਾਂ ਨੂੰ ਤਿਆਰ ਹੋ ਗਏ ਆ ਕਿ ਤੁਹਾਨੂੰ ਇੱਥੇ ਅਸੀਂ ਡੋਬ ਦਿਆਂਗੇ, ਤੁਸੀਂ ਹੁੰਦੇ ਕੌਣ ਆ? ਸਾਡੀ ਤੇ ਦੁਰਗਾ ਤੇ ਕਾਲੀ, ਉਹ ਸਾਡੀਆਂ ਜਿਹੜੇ ਜਿਨ੍ਹਾਂ ਨੂੰ ਅਸੀਂ ਪੂਜਾ ਕਰਦੇ ਹਾਂ, ਜਿਨ੍ਹਾਂ ਲਈ ਉਹ ਸ਼ਦਾਈ ਹੁੰਦੇ, ਤੁਸੀਂ ਇਹ ਵਿੱਚ ਆ ਕੇ ਜਿਹੜਾ ਰਾਮ ਜੀ ਦਾ ਜਿਹੜਾ ਮੈਸਕੁਲਿਨ ਉਹਨਾਂ ਨੇ ਆਪਣੇ ਤੌਰ ਤੇ ਉਹ ਸਮਝਦੇ ਆ, ਸਾਡੇ ਕੋਲ ਤੇ ਉਹ ਕਿਉਂਕਿ ਫੀਮੇਲ ਸਿੰਬਲਸ ਉਹਨਾਂ ਕੋਲ ਹੈਗੇ ਆ ਇਸ ਕਿਸਮ ਦਾ। ਔਰ ਜਿਹੜੀ ਖੁਦ ਵੀ ਉਹ ਲੜੀ ਹੈ, ਉਹ ਕਾਲੀ ਵਾਂਗੂ ਹੁੰਦਾ ਨਾ, ਦੁਰਗਾ ਵਾਂਗੂ, ਜਿਸ ਕਿਸਮ ਨਾਲ ਜ਼ਬਰਦਸਤ ਢੰਗ ਦੇ ਨਾਲ ਉਹਨੇ ਲੜਾਈ ਦਿੱਤੀ, ਉੱਥੋਂ ਇੰਸਪੀਰੇਸ਼ਨ ਲੈ ਕੇ ਲੜੀ ਹੈ। ਰਾਮ ਵਰਸਸ ਜਿਹੜੀ ਦੁਰਗਾ ਦੀ ਜਿਹੜੀ ਲੜਾਈ ਉੱਥੇ ਪੱਛਮੀ ਬੰਗਾਲ 'ਚ ਹੋਈ ਹੈ। ਕਹਿਣ ਦਾ ਮੇਰਾ ਮਤਲਬ, ਮੈਂ ਇਹਨੂੰ ਸਿੰਬੋਲਿਕ ਤੌਰ ਤੇ ਲੈਣਾ ਚਾਹੀਦਾ, ਇਹਨੂੰ ਧਾਰਮਿਕ ਕੋਈ ਸਟੇਟਮੈਂਟ ਨਹੀਂ ਸਮਝਣੀ ਚਾਹੀਦੀ। ਮੈਂ ਸਿੰਬਲਸ ਦੀ ਗੱਲ ਕਰ ਰਿਹਾ। ਉਹਨੇ ਆਪਣੇ ਆਪ ਨੂੰ ਸ਼ੇਰਨੀ ਵੀ ਕਿਹਾ, ਉਹਨੇ ਕਿਹਾ ਕਿ ਆ ਜਾ ਤੂੰ ਖੇਲਾ ਹੋਵੇ, ਤਾਂ ਤੁਸੀਂ ਜੋ ਆਓਗੇ ਤੇ ਅਸੀਂ ਤੁਹਾਡਾ ਮੁਕਾਬਲਾ ਅਸੀਂ ਕਰਾਂਗੇ, ਐਵੇਂ ਨਾ ਸਾਨੂੰ ਕਮਜ਼ੋਰ ਨਾ ਸਮਝਿਓ, ਬੰਗਾਲ ਟਾਈਗਰਸ। ਇਸ ਕਿਸਮ ਦੀ ਸਾਰੀ ਲੜਾਈ ਹੋਈ ਤੇ ਉਹਨਾਂ ਨੂੰ ਤੁਸੀਂ ਕਿੱਥੇ ਕਹੋਗੇ, ਕਿੱਥੇ ਉਹਨਾਂ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਉਸ ਕਿਸਮ ਨਾਲ? ਨਾਰਥ ਈਸਟ ਸਾਰੇ ਕ੍ਰਿਸਚੀਅਨ ਆ, ਉਹਨਾਂ ਦੇ ਵਿੱਚ ਤੁਸੀਂ ਭਾਵੇਂ BJP ਹੈ ਇਸ ਵੇਲੇ ਨਾਰਥ ਈਸਟ ਸਟੇਟਾਂ 'ਚ ਕਾਫੀ, ਪਰ ਉਹਦੇ ਬਾਵਜੂਦ ਉਹਨਾਂ ਨੂੰ ਤੁਸੀਂ ਕਿਵੇਂ ਰਲਾ ਲਓਗੇ? ਇਸ ਦੇਸ਼ ਨੂੰ, ਏਡੇ ਵੱਡੇ ਦੇਸ਼ ਨੂੰ ਤੁਸੀਂ ਟੋਟਲ ਇੱਕੋ ਹੀ ਇੱਕ ਕਰਨ ਦਾ ਕੋਸ਼ਿਸ਼ ਕਰਨੀ, ਉਹ ਬੜੀ ਮੁਸ਼ਕਲ ਹੈਗੀ ਆ। ਉਹ ਇਹ ਨਹੀਂ ਕਰ ਪਾਉਣਗੇ। ਉਹਦੇ ਰਿਐਕਸ਼ਨ ਜਗ੍ਹਾ ਜਗ੍ਹਾ ਪਹਿਲਾਂ ਹੀ ਹੋਣ ਮਿਲ ਗਿਆ, ਪਰ ਉਹਦੀਆਂ ਸਟਰਕਚਰਲ ਲੋੜਾਂ, ਜਿਹੜੀਆਂ ਢਾਂਚਾਗਤ ਲੋੜਾਂ, ਉਹ ਇਸ ਕਰਕੇ ਹੈ ਕਿਉਂਕਿ ਸਾਰੀਆਂ ਹੀ ਤੁਸੀਂ ਵਿਲੱਖਣਤਾ ਈਵਨ ਜਿਹੜੀ ਇਕੋਨਮੀ ਦੇ ਵਿੱਚ ਆ, ਛੋਟੇ ਕਾਰਪੋਰੇਟ, ਛੋਟੇ ਕਾਰੋਬਾਰੀ, ਮਿਡਲ, ਫਿਰ ਉਹਦੇ ਉੱਪਰ ਵਾਲੇ ਵੱਡੇ ਕਾਰੋਬਾਰੀ, ਇਹ ਸਾਰਿਆਂ ਨੂੰ ਸੁਹਾਗਾ ਫੇਰ ਕੇ ਉੱਥੇ ਵੀ ਸਾਰੇ ਦੇਸ਼ ਦੀ ਇਕੋਨਮੀ 5, 7, 10 ਲੋਕਾਂ ਦੇ ਹੱਥ ਸਾਰੀ ਕਮਾਂਡ ਦੇ ਦੇਣੀ ਚਾਹੁੰਦੇ ਆ। ਉੱਥੇ ਜਾਣੀ ਇੱਕ ਕਿਸਮ ਦਾ ਕੇਂਦਰੀਕਰਨ, ਸਭ ਤੋਂ ਪਹਿਲਾਂ ਇਹ ਗੱਲ ਉੱਥੋਂ ਸ਼ੁਰੂ ਹੁੰਦੀ। ਜਦੋਂ ਤੁਸੀਂ ਅਡਾਨੀ, ਅੰਬਾਨੀ ਜਾਂ ਉਹਦੇ ਵਰਗੇ 2-4 ਹੋਰ ਬੰਦਿਆਂ ਨੂੰ ਪੂਰੇ ਦੇਸ਼ ਦੀ ਇਕਾਨਮੀ ਦੀ ਚਾਬੀ ਫੜਾ ਦੋਗੇ, ਪਬਲਿਕ ਸੈਕਟਰ ਉਹਨੂੰ ਚੱਕ ਕੇ ਫੜਾ ਦਿਓਗੇ, ਤੇ ਜਦੋਂ ਏਡੇ ਵੱਡੇ ਪੱਧਰ ਤੇ ਆਰਥਿਕ ਕੇਂਦਰੀਕਰਨ ਹੋ ਜੂ ਤੇ ਉਹਨਾਂ ਨੂੰ ਓਡੇ ਹੀ ਵੱਡੇ ਪੱਧਰ ਤੇ ਇੱਕ ਸਿਕਿਉਰ, ਉਹਨਾਂ ਦੀ ਚਮਚੀ ਮਾਰਨ ਵਾਲੀ ਸਰਕਾਰ ਕੇਂਦਰ 'ਚ ਚਾਹੀਦੀ ਹੈ। ਉਹ ਜਗ੍ਹਾ ਜਗ੍ਹਾ ਕੱਲੇ ਸੂਬਿਆਂ ਦੀਆਂ ਸਰਕਾਰਾਂ ਨਾਲ ਨਹੀਂ ਨਜਿੱਠ ਪਾਉਣਗੇ, ਇੰਨਾ ਨਹੀਂ ਉਹ ਕਰ ਪਾਉਣਗੇ ਕਿ ਕਦੀ ਪੱਛਮੀ ਬੰਗਾਲ ਨਾਲ ਨੈਗੋਸ਼ੀਏਟ ਕਰ ਰਹੇ, ਕਦੀ ਪੰਜਾਬ ਨਾਲ ਕਰ ਰਹੇ ਆ, ਕਦੀ ਉਹ ਤਾਮਿਲਨਾਡੂ ਦੀ ਸਰਕਾਰ ਨਾਲ ਨੈਗੋਸ਼ੀਏਟ ਕਰ ਰਹੇ, ਬਿਲਕੁਲ ਨਹੀਂ। ਉਹ ਚਾਹੁਣਗੇ ਕਿ ਇਹ ਜਿਸ ਤਰੀਕੇ ਨਾਲ ਉਹ 8-10 ਬੰਦੇ ਆ ਤੇ ਦੂਜੇ ਰਾਜਨੀਤਿਕ ਦਿਸ਼ਾ ਦੇ ਵਿੱਚ 1-2 ਬੰਦੇ ਹੋਣ, ਜਿਨ੍ਹਾਂ ਦਾ ਬਟਨ ਦੱਬ ਕੇ ਉਹਨਾਂ ਦਾ ਸਾਰੇ ਦੇਸ਼ ਦੇ ਵਿੱਚ ਕਾਰੋਬਾਰ ਸੁਰੱਖਿਅਤ
ਤੇ ਆਪਣੀ ਮਰਜ਼ੀ ਨਾਲ ਚੱਲ ਸਕੇ। ਇਸ ਲਈ ਉਹ ਇਹਨਾਂ ਨੂੰ ਕਹਿੰਦੇ ਹੈ ਕਿ ਤੁਸੀਂ ਸੱਤਾ ਦਾ ਕੇਂਦਰੀਕਰਨ ਕਰੋ, ਸਾਡੇ ਕੋਲ ਕੱਲੀ ਕੱਲੀ ਜਾ ਕੇ ਫੈਡਰਲ ਢਾਂਚੇ ਨਾਲ ਨੈਗੋਸ਼ੀਏਟ ਕਰਨਾ ਤੇ ਆਪਣੇ ਲਾਏ ਹੋਏ ਸਰਮਾਏ ਨੂੰ ਸੁਰੱਖਿਅਤ ਕਰਨਾ ਔਰ ਉਹਦੇ ਤੋਂ ਵੱਧ ਲਾਹਾ ਲੈਣਾ ਸਾਡੇ ਕੋਲ ਪੋਸੀਬਲ ਨਹੀਂ ਹੈ। ਆ ਚੱਕ 10,000 ਕਰੋੜ ਰੁਪਈਆ, ਆ ਚੱਕ 20,000 ਕਰੋੜ ਰੁਪਈਆ, ਜਿੰਨਾ ਚਾਹੀਦਾ ਸਾਰੀ ਸ਼ਕਤੀ ਤੁਹਾਡੇ 2-4 ਲੋਕਾਂ ਦੇ ਹੱਥ 'ਚ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਕਾਰੋਬਾਰ ਨੂੰ ਸੁਰੱਖਿਅਤ ਢੰਗ ਦੇ ਨਾਲ ਇੱਥੇ ਵੱਡੀ ਵਿਸ਼ਾਲ ਅੰਪਾਇਰ ਈਸਟ ਇੰਡੀਆ ਕੰਪਨੀ ਵਾਂਗੂ ਮਜ਼ਬੂਤ ਕਰ ਸਕੀਏ। ਉੱਥੋਂ ਫਿਰ ਨਿਕਲਦਾ ਸਾਰਾ ਇਹ ਜਦੋਂ ਇਹਨਾਂ ਨੂੰ ਹੋਮਵਰਕ ਕਾਰਪੋਰੇਟ ਸਾਡੇ ਰਾਜਨੀਤਿਕ ਲੋਕਾਂ ਨੂੰ, ਕਾਰੋਬਾਰੀਆਂ ਨੂੰ, ਰਾਜਨੀਤਿਕ ਕਾਰੋਬਾਰੀਆਂ ਨੂੰ ਦਿੰਦੇ ਹੈ, ਜਾਨੀ ਉਹਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਕਹਿ ਲਓ ਸੱਤਾ ਜੀਵੀਆਂ ਨੂੰ ਦਿੰਦੇ ਹੈ, ਤਾਂ ਫਿਰ ਇਹਨਾਂ ਦੀ ਅੱਗੇ ਡਿਊਟੀ ਬਣ ਜਾਂਦੀ ਹੈ ਕਿ ਆਪਾਂ ਆਰਮੀ ਦੇ ਵਿੱਚ ਤਿੰਨੇ ਆਰਮੀ ਦੇ ਯੂਨਿਟ, ਉਹਨਾਂ ਦਾ CDS ਚੀਫ ਆਫ ਡਿਫੈਂਸ ਸਟਾਫ ਵਿਪਨ ਰਾਵਤ, ਇਹ ਕਦੀ ਸੁਣਿਆ ਸੀ ਤੁਸੀਂ ਵੀ ਇੰਜ ਹੋ ਜੂ? ਇੰਜ ਲੱਗਦਾ ਹੁੰਦਾ ਸੀਗਾ ਕਿ ਤਿੰਨੇ ਹੈਡ ਦੀ ਕਦੀ ਇਕੱਠੀ ਮੀਟਿੰਗ ਨਹੀਂ ਹੋਣ ਦਿੱਤੀ ਜਾਂਦੀ ਤਾਂ ਕਿ ਉਹ ਕਦੇ ਪਲੈਨਿੰਗ ਨਾ ਇਕੱਠੀ ਕਰਕੇ ਦੇਸ਼ ਦੇ ਵਿੱਚ ਪਾਕਿਸਤਾਨ ਵਾਂਗੂ ਜਾਂ ਮਿਆਂਮਾਰ ਵਾਂਗੂ ਕੋਈ ਕੂ ਨਾ ਹੋ ਜੇ ਆਰਮੀ ਦਾ। ਇੰਨਾ ਜ਼ਿਆਦਾ ਸਾਨੂੰ ਇਹ ਭਰਮ ਪਾਇਆ ਜਾਂਦਾ ਸੀ ਕਿ ਉਹਨਾਂ ਦੇ 3 ਹੈਡਸ ਨੂੰ ਇਕੱਠੇ ਨਹੀਂ ਹੋਣ ਦਿੱਤਾ, ਇਹਨਾਂ ਨੇ ਫਾਰਮਲੀ ਸਟਰਕਚਰ ਦੇ ਤੌਰ ਤੇ ਇਕੱਠੇ ਕਰ ਦਿੱਤਾ। ਬਾਕੀ ਦੀਆਂ ਜਗ੍ਹਾ ਦੇ ਵਿੱਚ ਵੀ ਉਹ ਸ਼ਕਤੀ ਇੰਨੀ ਇਹਨਾਂ ਨੇ ਲੈ ਲਈ ਕਿ ਡਰਾ ਕੇ, ਧਮਕਾ ਕੇ, ਅੱਖਾਂ ਦਿਖਾ ਕੇ, ਪਤਿਆ ਕੇ, ਲੜਾ ਕੇ ਜਾਂ ਕਿਸੇ ਨੂੰ ਬਲੈਕਮੇਲ ਕਰਕੇ ਅਲੱਗ-ਅਲੱਗ ਢੰਗ ਦੇ ਨਾਲ ਕਿਸੇ ਨੂੰ ਲਾਲਚ ਦੇ ਕੇ, ਇਹ ਜਿਹੜੇ ਬਾਕੀ ਇੰਸਟੀਟਿਊਸ਼ਨ ਆ ਇਹੀ ਕਾਰਨ ਆ ਕਿਉਂਕਿ ਸੱਤਾ ਦਾ ਕੇਂਦਰੀਕਰਨ ਕਰਨਾ ਉਹਨਾਂ ਸਾਰਿਆਂ ਨੂੰ ਡਰਾ ਕੇ ਆਪਣੇ ਰੰਗ 'ਚ ਰੰਗ ਲਿਆ। ਭਾਵੇਂ ਉਹ ਤੁਹਾਡੀਆਂ ਇੰਟੈਲੀਜੈਂਸ ਏਜੰਸੀਆਂ, ਭਾਵੇਂ ਉਹ ED ਹੈ, ਭਾਵੇਂ ਉਹ ਜਿਹੜੇ ਦੇਸ਼ ਦੇ ਵਿੱਚ ਬਾਕੀ ਇਲੈਕਸ਼ਨ ਕਮਿਸ਼ਨ ਹੈ, ਕੋਰਟਾਂ ਕਚਹਿਰੀਆਂ, ਸਭ ਤੇ ਆਪਣਾ ਰੰਗ ਚੜਾ ਲਿਆ। ਔਰ ਇਹ ਕੰਮ ਇਹੋ ਜਿਹੇ ਕੇਂਦਰੀਕਰਨ ਦਾ ਜਿਸ ਧੜੱਲੇ ਦੇ ਨਾਲ ਮੋਦੀ ਔਰ ਮੋਦੀ ਦਾ ਨਾਲ ਜਿਹੜਾ ਸਹਿਯੋਗੀ ਅਮਿਤ ਸ਼ਾਹ ਕਰ ਸਕਦੇ ਆ, ਉਹ ਮੈਨੂੰ ਲੱਗਦਾ ਸ਼ਾਇਦ ਗਡਕਰੀ, ਰਾਜਨਾਥ ਸਿੰਘ ਨਾ ਕਰਨ, ਉਹ ਅਟਲ ਬਿਹਾਰੀ ਵਾਜਪਾਈ ਵੀ ਸ਼ਾਇਦ ਉਸ ਪੱਧਰ ਤੇ ਉਸ ਸਪੀਡ ਨਾਲ ਨਾ ਕਰ ਪਾਉਂਦੇ ਕਿਉਂਕਿ ਉੱਥੇ ਤੁਹਾਡੀ ਥੋੜੀ ਨੀਅਤ ਔਰ ਐਕਸ਼ਨ ਖੂੰਖਾਰੀ ਬਿਨਾਂ ਸੋਚਿਆ ਧੜੱਲੇ ਦੇ ਨਾਲ ਜ਼ਬਰਦਸਤ ਢੰਗ ਦੇ ਨਾਲ ਹੋਣਾ ਚਾਹੀਦਾ, ਜਿਹਨੂੰ ਕੁਇਕ ਐਕਸ਼ਨ ਕਹਿੰਦੇ ਆ। ਉਹ ਸ਼ਾਇਦ ਉਹ ਸੋਚਦੇ ਸੀ, ਉਹ ਜਿਹੜਾ ਸੋਚੀ ਪੈ ਗਿਆ ਉਹ ਫਿਰ ਇਹ ਕੰਮ ਕਰ ਨਹੀਂ ਸਕਦਾ। ਇੱਥੇ ਸੋਚਣ ਦੀ ਲੋੜ ਨਹੀਂ, ਇੱਥੇ ਤੇ ਸਿੱਧਾ ਠਾ ਐਕਸ਼ਨ ਕਰਦੇ ਆ। ਇਹ ਇੱਕ ਰਿਸਕ ਆ, ਅੱਗ ਨਾਲ ਖੇਲਣ ਵਾਲੀ ਗੱਲ ਹੁੰਦੀ ਹੈ। ਜੇ ਚੱਲ ਜੇ ਤੇ ਚੱਲ ਜੇ, ਨਹੀਂ ਤੇ ਪੁੱਠਾ ਫਿਰ ਇਹੋ ਜਿਹਾ ਪੈਂਦਾ, ਉਹਦਾ ਜਿਹੜਾ ਅੱਗਿਓਂ ਰਿਐਕਸ਼ਨ ਇਹੋ ਜਿਹਾ ਹੁੰਦਾ ਜੋ ਪੱਛਮੀ ਬੰਗਾਲ ਤੋਂ ਉਹਦੀ ਸ਼ੁਰੂਆਤ ਹੋ ਗਈ ਹੈ। ਉਦੋਂ ਪਹਿਲਾਂ ਕਿਸਾਨਾਂ ਨੇ ਸ਼ੁਰੂਆਤ ਕੀਤੀ ਹੈ ਔਰ ਇਹ ਮੈਂ ਇਸੇ ਹੀ ਇੱਕ ਪਾਸੇ ਕੇਂਦਰੀਕਰਨ ਦੀਆਂ ਸ਼ਕਤੀਆਂ ਜਿਹਦੀਆਂ ਢਾਂਚਾਗਤ ਲੋੜਾਂ ਮੈਂ ਜਿਵੇਂ ਦੱਸਿਆ ਕਿ ਕਾਰਪੋਰੇਟ ਵੱਡਿਆਂ ਨੂੰ ਥੋੜਿਆਂ ਜਿਹੇ ਨੂੰ ਬਚਾਉਣ ਲਈ ਸਾਰੇ ਕਿਸਮ ਦੇ ਜਿਹੜੇ ਸਿਸਟਮ ਆ ਉਹਨੂੰ ਪੋਲੀਟੀਕਲ ਲੋਕਾਂ ਦੇ ਹੱਥ 'ਚ ਕੇਂਦਰੀਕਰਨ ਕਰਨਾ ਔਰ ਸੂਬਿਆਂ ਦੇ ਅਧਿਕਾਰ ਖਤਮ ਕਰਕੇ ਸੰਵਿਧਾਨ ਨੂੰ ਕੇਂਦਰ ਦੇ ਵਿੱਚ ਸਾਰੀਆਂ ਸ਼ਕਤੀਆਂ, ਸੰਵਿਧਾਨ ਭਾਵੇਂ ਜੋ ਮਰਜ਼ੀ ਕਹਿੰਦਾ ਹੋਵੇ ਉਹਦੇ ਉਲਟ ਜਾ ਕੇ ਵੀ ਕੇਂਦਰੀਕਰਨ ਕਰ ਦੇਣਾ ਔਰ ਦੂਜਾ ਇਨਫਾਰਮਲ ਪਾਵਰ ਡਰਾਉਣ ਦੀ, ਧਮਕਾਉਣ ਦੀ, ਉਹ ਸਾਰੀ ਆਪਣੇ ਹੱਥਾਂ 'ਚ ਕਰ ਲੈਣਾ। ਇਹ ਜਿਹੜਾ ਦੇਸ਼ ਅੰਦਰ ਹੋ ਰਿਹਾ, ਇਸ ਦੇਸ਼ ਨੂੰ ਇਸ ਤਰੀਕੇ ਨਾਲ ਚਲਾਉਣਾ ਬਹੁਤ ਹੀ ਨਾਮੁਮਕਿਨ ਹੈਗਾ। ਇਹ ਇੱਕ ਝੂਠਾ ਸੁਪਨਾ ਹੈ। ਇਸ ਦਾ ਜਿਹੜੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਜਿਹੜਾ ਠੀਕਰੀ ਇਹ ਆਈਡੀਆ ਸਾਰਾ ਹੋਊਗਾ ਔਰ ਇਹ ਕੋਸ਼ਿਸ਼ਾਂ ਜਿਹੜੀਆਂ ਜਿਸ ਕਿਸਮ ਨਾਲ ਖੰਡਿਤ ਹੋਣਗੀਆਂ, ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਸੀਂ ਦੇਖਿਓ। ਉਹਦਾ ਕਾਰਨ ਮੈਂ ਦੱਸ ਦਿੰਦਾ, ਇਹ ਆਪਣੇ ਸੁਪਨੇ ਤੇ ਜ਼ਰੂਰ ਲੈ ਰਹੇ ਆ ਪਰ ਥੱਲਿਓਂ ਲਗਾਤਾਰ ਜ਼ਮੀਨ ਜਿਵੇਂ ਇੱਕ ਤੇਜ਼ ਵਗਦੀ ਧਾਰਾ, ਉਹ ਕੰਢਿਆਂ ਤੋਂ ਜ਼ਮੀਨ ਜਿਹੜੀ ਆ ਖੋਰਦੀ ਜਾਂਦੀ, ਜਿਵੇਂ ਜਿਵੇਂ ਉਹਦੇ 'ਚ ਫਲੱਡ ਆਈ ਜਾਂਦਾ, ਕਦੀ ਦਰਖਤ ਡਿੱਗ ਪਿਆ, ਕਦੀ ਕੋਈ ਤੁਸੀਂ ਦੇਖਦੇ ਆ ਸਾਰਾ ਕਿ ਕਦੀ ਕੋਈ ਬਿਲਡਿੰਗ ਡਿੱਗ ਪਈ, ਉਹੋ ਹੀ ਹਾਲਤ ਇਹਨਾਂ ਦੀ ਹੋਣੀ ਆ। ਕਦੀ ਪੰਜਾਬ ਡਿੱਗ ਪਿਆ, ਕਦੀ ਹਰਿਆਣਾ ਡਿੱਗ ਪਿਆ, ਕਦੀ ਮੱਧ ਪ੍ਰਦੇਸ਼ ਡਿੱਗ ਪਿਆ। ਇਹ ਜਿਹੜਾ ਖੋਰਾ ਇਸ ਸ਼ਕਤੀ ਨੂੰ ਜਿਹੜੀ ਕੇਂਦਰੀਕਰਨ ਦੀ ਸ਼ਕਤੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੋਕਾਂ ਦੇ ਹੜ ਦੇ ਨਾਲ ਇਹਨਾਂ ਦਾ ਕੱਲੀ ਚੀਜ਼ ਜਿਹੜੀ ਡਿੱਗਣੀ ਹੈ ਉਹਦੇ 'ਚ ਤੁਸੀਂ ਦੇਖਿਓ ਕਿ ਕਿਵੇਂ ਇੱਕ ਇਹਨਾਂ ਨੂੰ ਸਾਂਭਣਾ ਜਾਂ ਭਗਦੜ ਕਿਵੇਂ ਮੱਚਦੀ ਹੈ ਸੈਂਟਰ ਦੇ ਵਿੱਚ। ਇਹ ਅਜੇ ਸਿਰਫ ਕਰੋਨਾ ਨਾ ਸਮਝੋ, ਸੰਕਟ ਆਰਥਿਕ ਬਹੁਤ ਗਹਿਰਾ ਆ, ਉਹ ਇਹਨਾਂ ਦੀ ਵੱਸ ਦੀ ਗੱਲ ਨਹੀਂ। ਉਹਨੇ ਨਾਲ ਇੱਕ ਪੈਟਰੋਲ ਤੇ ਡੀਜ਼ਲ ਤੇ ਤੁਸੀਂ ਸਮਝੋ ਕਿ ਮਿੱਟੀ ਦੇ ਤੇਲ ਦੇ ਵਿੱਚ
ਤੇ LPG ਗੈਸ ਵਾਲਾ ਨਾਲੋਂ ਨਾਲ ਹੀ ਇਸ ਮੂਵਮੈਂਟ ਦੇ ਵਿੱਚ ਕੰਮ ਕਰੀ ਜਾਣਾ, ਕਿਉਂਕਿ ਜੇ ਪੇਟ ਨਹੀਂ ਪੈਂਦੀਆਂ ਰੋਟੀਆਂ ਤੇ ਸਾਰੇ ਗੱਲਾਂ ਖੋਟੀਆਂ, ਕਿਸੇ ਦਾ ਕੋਈ ਭਰੋਸਾ ਨਹੀਂ ਬਣਦਾ, ਜਿੰਨੀਆਂ ਮਰਜ਼ੀ ਇਹ ਗੱਲਾਂ ਵਾਅਦੇ ਜੇ ਕਰੀ ਜਾਣ। ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਆਲਰੇਡੀ ਲੋਕ ਬਾਗੀ ਸੁਰਾਂ ਦੇ ਵਿੱਚ ਆ, ਤੇ ਜੇ ਨਾਲ ਇਹੋ ਜਿਹੇ ਹਾਲਾਤ ਵੀ ਢਾਂਚਾਗਤ ਬਣ ਜਾਣਗੇ ਤਾਂ ਫਿਰ ਇੰਝ ਲੱਗਦਾ ਕਿ ਇਸ ਦੇਸ਼ ਦੀ ਅੱਜ ਦੀ ਪਰਿਸਥਿਤੀ, ਭਾਵੇਂ ਉਹ ਕਰੋਨਾ ਦੀ ਪਹਿਲੀ ਵੇਵ, ਹੁਣ ਉਹ ਦੂਜੀ ਤੇ ਹੁਣ ਤੀਜੀ ਦੀ ਲੋਕ ਜਿਹਦੇ ਚ ਭੈ ਚ ਡਰ ਚ ਬੈਠੇ ਹੋਏ ਆ, ਇਹ ਜਿਵੇਂ ਜਿਵੇਂ ਅੱਗੇ ਵਧਣੀ ਆ, ਤੁਸੀਂ ਦੇਖਦੇ ਰਹੋ ਕਿ ਦੇਸ਼ ਦੇ ਅੰਦਰ ਇੱਕ ਨਵੀਂ ਕਿਸਮ ਦੀ ਅਫਰਾ ਤਫਰੀ, ਨਵੀਂ ਕਿਸਮ ਦੀ ਲੌਲੈਸਨੈਸ ਜਿਹਨੂੰ ਕਹਿੰਦੇ ਆ, ਨਵੀਂ ਕਿਸਮ ਦੀਆਂ ਬਾਗੀ ਸੁਰਾਂ ਤੁਹਾਨੂੰ ਦੇਖਣ ਨੂੰ ਮਿਲ ਗਈਆਂ, ਜਿਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ, ਜਿਹਦੇ ਆਰਕੀਟੈਕਟ, ਜਿਹਦੀ ਵੱਡੇ ਪੱਧਰ ਤੇ ਤੋੜ ਭੰਨ ਕਰਕੇ ਕੇਂਦਰੀਕਰਨ ਦੇਸ਼ ਦਾ ਕਰਨ ਦੀਆਂ ਕੋਸ਼ਿਸ਼ਾਂ ਕਰਕੇ ਇਹ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੀ ਉਹ ਜ਼ਿੰਮੇਵਾਰੀ ਹੋਊਗੀ। ਬਿਲਕੁਲ ਬਿਲकुल जी, शुक्रिया प्रोफेसर साहब, बहुत बहुत धन्यवाद समय देने ਲਈ। ਬਹੁਤ ਬਹੁਤ ਸ਼ੁਕਰੀਆ ਜੀ ਸੁਖਵਿੰਦਰ, ਤੁਹਾਡਾ, ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ। ਸੋ ਸਿੱਧੇ ਸਵਾਲ ਪ੍ਰੋਗਰਾਮ 'ਚ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਘੱਟੋ ਘੱਟ ਸਵਾਲ ਕਰੀਏ, ਇੱਕ ਦੋ ਮੁੱਦਿਆਂ ਦੇ ਉੱਤੇ ਖੁੱਲ ਕੇ ਗੱਲ ਕਰੀਏ, ਤਾਂ ਕਿ ਜਿਹੜੇ ਸਾਡੇ ਨਾਲ ਵਿਦਵਾਨ ਹੁੰਦੇ ਨੇ ਉਹ ਆਪਣੇ ਵਿਚਾਰ ਜਿਹੜੇ ਨੇ, ਉਹਨਾਂ ਦਾ ਨਜ਼ਰੀਆ ਜਿਹੜਾ ਉਹ ਤੁਹਾਡੇ ਸਾਹਮਣੇ ਪੂਰਾ ਖੁੱਲ ਕੇ ਰੱਖ ਸਕਣ। ਕੋਸ਼ਿਸ਼ ਇਹੀ ਹੁੰਦੀ ਹੈ, ਇਸ ਕਰਕੇ ਸਵਾਲ ਘੱਟ ਹੁੰਦੇ ਨੇ ਤੇ ਚਰਚਾ ਵਧੇਰੇ ਹੁੰਦੀ ਹੈ। ਉਸ ਮਸਲੇ ਦੇ ਉੱਤੇ ਜਿਹੜਾ ਤੁਹਾਡੇ ਤੱਕ ਡੂੰਘਾਈ ਨਾਲ ਪਹੁੰਚ ਸਕੇ ਕਿ ਆਖਿਰਕਾਰ ਉਸਦਾ ਨਿਚੋੜ ਕੀ ਨਿਕਲਦਾ, ਇਹ ਕੋਸ਼ਿਸ਼ ਕੀਤੀ ਹੈ। ਸੋ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਆ ਕਰੋ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।